ਕਹਿੰਦੇ ਨੇ ਪਿਆਰ ਕਿਸੇ ਨਾਲ ਵੀ ਤੇ ਕਦੀ ਵੀ ਹੋ ਸਕਦਾ ਹੈ। ਦੁਨੀਆ ਵਿੱਚ ਆਪਾਂ ਕਈ ਪ੍ਰੇਮ ਕਹਾਣੀਆਂ ਸੁਣੀਆਂ ਨੇ। ਇਹੋ ਜਿਹੀ ਇੱਕ ਪ੍ਰੇਮ ਕਹਾਣੀ ਰਾਜਸਥਾਨ ਦੀ ਮੂਮਲ ਅਤੇ ਮਹਿੰਦਰ ਦੀ ਹੈ। ਉਸ ਤਰ੍ਹਾਂ ਤਾਂ ਦੁਨੀਆ ਵਿੱਚ ਕਈ ਕਹਾਣੀਆਂ ਹਨ, ਜਿਵੇਂ ਢੋਲਾ ਮਾਰੂ, ਹੀਰ ਰਾਂਝਾ, ਸੋਹਣੀ ਮਹੀਵਾਲ, ਬਾਜੀ ਰਾਓ ਮਸਤਾਨੀ। ਪਰ ਮੂਮਲ ਦੀ ਕਹਾਣੀ ਉਹਨਾਂ ਤੋਂ ਵੱਖਰੀ ਹੈ। ਇਸ ਕਹਾਣੀ ਵਿੱਚ ਜਿਵੇਂ ਮੂਮਲ ਬਹੁਤ ਹੀ ਸੁੰਦਰ ਸੀ ਅਤੇ ਮਹਿੰਦਰ ਬਹੁਤ ਸਾਹਸੀ ਅਤੇ ਬਹੁਤ ਦਲੇਰ ਸਨ। ਮੂਮਲ ਅਤੇ ਮਹਿੰਦਰ ਦੀ ਪ੍ਰੇਮ ਕਹਾਣੀ ਬਹੁਤ ਹੀ ਪੁਰਾਣੀ ਹੈ, ਪਰ ਇਹ ਪ੍ਰੇਮ ਕਹਾਣੀ ਪ੍ਰਵਾਨ ਨਾ ਚੜ੍ਹ ਸਕੀ। ਇਹਦਾ ਅੰਤ ਬਹੁਤ ਹੀ ਦੁਖਦਾਈ ਹੈ। ਮੂਮਲ ਰਾਜਸਥਾਨ ਦੇ ਜੈਸਲਮੇਰ ਦੀ ਲਾਡਰਵਾ ਦੀ ਰਹਿਣ ਵਾਲੀ ਸੀ, ਜਦਕਿ ਮਹਿੰਦਰ ਅਮਰਕੋਟ ਪਾਕਿਸਤਾਨ ਦਾ ਰਹਿਣ ਵਾਲਾ ਸੀ। ਲਾਡਰਵਾ ਜੈਸਲਮੇਰ ਦੇ ਨੇੜੇ ਵਗਦੀ ਕਾਕ ਨਦੀ ਦੇ ਕੋਲ ਸਥਿਤ ਸੀ। ਇੱਥੇ ਰਾਜਕੁਮਾਰੀ ਮੂਮਲ ਦਾ ਮਹਿਲ ਵੀ ਸੀ, ਜਿਸ ਨੂੰ ਇੱਕ ਥੰਬੀਆ ਮਹਿਲ ਵਜੋਂ ਜਾਣਿਆ ਜਾਂਦਾ ਸੀ। ਮੂਮਲ ਮਹਿਲ ਦੀ ਮੇੜੀ 'ਤੇ ਰਹਿੰਦੀ ਸੀ। ਰਾਜਸਥਾਨ ਵਿੱਚ ਛੱਤ ਉੱਤੇ ਬਣੇ ਕਮਰਿਆਂ ਨੂੰ ਮੇੜੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਮਹਿਲ ਨੂੰ ਜਾਣ ਲਈ ਕਈ ਗੁਪਤ ਰਸਤੇ ਸਨ, ਇੱਥੋਂ ਤੱਕ ਕਿ ਇਸ ਨੂੰ ਇੱਕ ਰਹੱਸਮਈ ਮਹਿਲ ਵੀ ਕਿਹਾ ਜਾਂਦਾ ਸੀ। ਇਸ ਮਹਿਲ ਵਿੱਚ ਅਜਗਰ, ਸ਼ੇਰ, ਸੱਪ ਵਰਗੇ ਡਰਾਉਣੇ ਜਾਨਵਰ ਰਹਿੰਦੇ ਸਨ, ਜਿਸ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਸੀ ਅਤੇ ਲੋਕ ਇਸ ਮਹਿਲ ਵਿੱਚ ਜਾਣ ਤੋਂ ਵੀ ਡਰਦੇ ਸਨ। ਕਹਿੰਦੇ ਹਨ ਕਿ ਰਾਜਕੁਮਾਰੀ ਮੂਮਲ ਨੇ ਆਪਣੀ ਸਭਾ ਵਿੱਚ ਇਹ ਐਲਾਨ ਕਰ ਦਿੱਤਾ ਕਿ ਉਹ ਉਸ ਰਾਜੇ ਨਾਲ ਵਿਆਹ ਕਰਾਏਗੀ ਜੋ ਇਹਨਾਂ ਸਾਰੇ ਡਰਾਉਣੇ ਜਾਨਵਰਾਂ ਨਾਲ ਲੜ ਕੇ ਮੇਰੇ ਤੱਕ ਪਹੁੰਚੇਗਾ, ਨਹੀਂ ਤਾਂ ਜ਼ਿੰਦਗੀ ਭਰ ਵਿਆਹ ਨਹੀਂ ਕਰਾਏਗੀ। ਕਿ ਰਾਜਕੁਮਾਰੀ ਮੂਮਲ ਇੰਨੀ ਖੂਬਸੂਰਤ ਸੀ ਕਿ ਉਸ ਦੀ ਖੂਬਸੂਰਤੀ ਦੇ ਚਰਚੇ ਗੁਜਰਾਤ, ਮਾਰਵੜ, ਈਰਾਨ, ਇਰਾਕ ਅਤੇ ਸਿੰਧ ਤੱਕ ਫੈਲੇ ਹੋਏ ਸਨ। ਕਿਹਾ ਜਾਂਦਾ ਹੈ ਕਿ ਮੂਮਲ ਨੂੰ ਪਾਉਣ ਖਾਤਰ ਕਈ ਰਾਜਕੁਮਾਰ ਆਏ। ਕਈਆਂ ਨੂੰ ਡਰਾਉਣੇ ਜਾਨਵਰ ਮਾਰ ਦਿੰਦੇ, ਅਤੇ ਜੇਕਰ ਕੋਈ ਰਾਜਕੁਮਾਰ ਡਰਾਉਣੇ ਜਾਨਵਰਾਂ ਨੂੰ ਮਾਰ ਕੇ ਮੂਮਲ ਤੱਕ ਪਹੁੰਚ ਵੀ ਜਾਂਦਾ ਤਾਂ ਮੂਮਲ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਦਾ। ਮਹਿੰਦਰ ਰਾਜੇ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ। ਉਹ ਅਮਰਕੋਟ ਦੇ ਨੇੜੇ ਆਪਣੇ ਜੀਜੇ ਹਮੀਰ ਨਾਲ ਸ਼ਿਕਾਰ ਕਰਦਾ ਹੁੰਦਾ ਸੀ, ਅਤੇ ਇਸੇ ਕਰਕੇ ਇੱਕ ਦਿਨ ਰਾਜਾ ਮਹਿੰਦਰ ਸ਼ਿਕਾਰ ਕਰਦਾ ਹੋਇਆ ਕਾਕ ਨਦੀ ਦੇ ਕੋਲ ਲਾਡਰਵਾ ਪਹੁੰਚ ਗਿਆ। ਉੱਥੇ ਰਹਿੰਦਿਆਂ ਮਹਿੰਦਰ ਨੇ ਇੱਕ ਸੁੰਦਰ ਬਗੀਚਾ ਵੇਖਿਆ, ਅਤੇ ਇਸ ਬਾਗ ਵਿੱਚ ਕਈ ਤਰ੍ਹਾਂ ਦੇ ਫੁੱਲਾਂ, ਫਲਾਂ ਅਤੇ ਰੁੱਖਾਂ ਦੇ ਵਿਚਕਾਰ ਇੱਕ ਬਹੁਤ ਹੀ ਸੁੰਦਰ ਮਹਿਲ ਵਿਖਾਈ ਦਿੱਤਾ। ਮਹਿੰਦਰ ਨੂੰ ਇਹ ਮਹਿਲ ਵੇਖਣ ਵਿੱਚ ਬਹੁਤ ਹੀ ਸੁੰਦਰ ਅਤੇ ਅਜੀਬ ਲੱਗਿਆ। ਇਸ ਮਹਿਲ ਦੇ ਸ਼ਿਖਰ ਤੱਕ ਕਈ ਖਤਰਨਾਕ ਜਾਨਵਰ ਦੀਆਂ ਤਸਵੀਰਾਂ ਸਨ, ਅਤੇ ਉਸ ਮਹਿਲ ਨੂੰ ਦੇਖਣ ਲਈ ਹੀ ਰਾਜਾ ਮਹਿੰਦਰ ਬਾਗ ਦੇ ਅੰਦਰ ਚਲਿਆ ਗਿਆ। ਉੱਥੇ ਉਸਨੇ ਇੱਕ ਨੌਕਰਾਣੀ ਨੂੰ ਵੇਖਿਆ। ਨੌਕਰਾਣੀ ਨੇ ਮਹਿੰਦਰ ਨੂੰ ਰੁਕਣ ਲਈ ਕਿਹਾ, ਜਦਕਿ ਮਹਿੰਦਰ ਨੇ ਕਿਹਾ, ਅਸੀਂ ਸ਼ਿਕਾਰ ਕਰਦੇ ਹੋਏ ਇੱਥੇ ਪਹੁੰਚੇ ਹਾਂ, ਥੱਕ ਗਏ ਹਾਂ, ਇਸ ਲਈ ਆਰਾਮ ਕਰਨਾ ਚਾਹੁੰਦੇ ਹਾਂ। ਮਹਿੰਦਰ ਨੇ ਨੌਕਰਾਣੀ ਨੂੰ ਕਿਹਾ, ਅਸੀਂ ਇਸ ਬਾਗ ਵਿੱਚ ਆਰਾਮ ਕਰਾਂਗੇ ਅਤੇ ਇਸ ਮਹਿਲ ਨੂੰ ਦੇਖਾਂਗੇ। ਨੌਕਰਾਣੀ ਕਹਿਣ ਲੱਗੀ, ਤੁਹਾਨੂੰ ਪਤਾ ਨਹੀਂ ਇਹ ਮਹਿਲ ਮੂਮਲ ਦਾ ਹੈ। ਫਿਰ ਨੌਕਰਾਣੀ ਨੇ ਮਹਿੰਦਰ ਨੂੰ ਰਾਜਕੁਮਾਰੀ ਮੂਮਲ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਖੂਬਸੂਰਤ ਹੈ ਅਤੇ ਉਸ ਦੀ ਖੂਬਸੂਰਤੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਤੋਂ ਬਾਅਦ ਨੌਕਰਾਣੀ ਨੇ ਮਹਿੰਦਰ ਨੂੰ ਪੁੱਛਿਆ ਕਿ ਤੁਸੀਂ ਕਦੀ ਉਸ ਦਾ ਨਾਮ ਨਹੀਂ ਸੁਣਿਆ? ਤਾਂ ਮਹਿੰਦਰ ਰਾਜੇ ਨੇ ਉੱਤਰ ਦਿੱਤਾ, ਨਹੀਂ, ਮੈਂ ਕਦੀ ਮੂਮਲ ਦਾ ਨਾਮ ਨਹੀਂ ਸੁਣਿਆ। ਫਿਰ ਨੌਕਰਾਣੀ ਕਹਿਣ ਲੱਗੀ, ਇਹ ਮਹਿਲ ਅਤੇ ਬਾਗ ਰਾਜਕੁਮਾਰੀ ਮੂਮਲ ਦਾ ਹੈ। ਇੱਥੇ ਉਹ ਆਪਣੀਆਂ ਸਹੇਲੀਆਂ ਅਤੇ ਦਾਸੀਆਂ ਨਾਲ ਰਹਿੰਦੀ ਹੈ। ਨੌਕਰਾਣੀ ਨੇ ਮਹਿੰਦਰ ਨੂੰ ਇਹ ਵੀ ਦੱਸਿਆ ਕਿ ਰਾਜਕੁਮਾਰੀ ਨੇ ਇਹ ਐਲਾਨ ਕੀਤਾ ਹੈ ਕਿ ਜੋ ਖਤਰਨਾਕ ਜਾਨਵਰਾਂ ਨੂੰ ਮਾਰ ਕੇ ਉਸ ਤੱਕ ਪਹੁੰਚੇਗਾ, ਉਸ ਦੇ ਸਵਾਲਾਂ ਦਾ ਜਵਾਬ ਦੇਵੇਗਾ, ਉਹ ਉਸ ਨਾਲ ਹੀ ਵਿਆਹ ਕਰਾਏਗੀ। ਰਾਜਾ ਮਹਿੰਦਰ ਨੌਕਰਾਣੀ ਕੋਲੋਂ ਰਾਜਕੁਮਾਰੀ ਮੂਮਲ ਬਾਰੇ ਹੋਰ ਕੁਝ ਜਾਣਨ ਲਈ ਉਤਸੁਕ ਹੋ ਗਿਆ, ਅਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਮੂਮਲ ਅਤੇ ਮਹਿੰਦਰ ਦੀ ਪ੍ਰੇਮ ਕਹਾਣੀ। ਫਿਰ ਨੌਕਰਾਣੀ ਰਾਜਕੁਮਾਰੀ ਮੂਮਲ ਕੋਲ ਜਾਂਦੀ ਹੈ। ਉਸ ਨੂੰ ਰਾਜਾ ਮਹਿੰਦਰ ਬਾਰੇ ਦੱਸਦੀ ਹੈ ਕਿ ਉਹ ਸ਼ਿਕਾਰ ਕਰਦਾ ਹੋਇਆ ਇੱਥੇ ਪਹੁੰਚ ਗਿਆ। ਉਹ ਬਹੁਤ ਹੀ ਦਲੇਰ ਰਾਜਾ ਹੈ। ਰਾਜਕੁਮਾਰੀ ਮੂਮਲ ਨੌਕਰਾਣੀ ਨੂੰ ਕਹਿਣ ਲੱਗੀ, ਉਹ ਸਾਡੇ ਮਹਿਮਾਨ ਹਨ, ਉਹਨਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ। ਰਾਜਾ ਮਹਿੰਦਰ ਉੱਥੇ ਹੀ ਰੁਕ ਜਾਂਦਾ ਹੈ। ਉਸ ਦੇ ਨਾਲ ਹੀ ਉਸਦਾ ਜੀਜਾ ਹਮੀਰ ਵੀ ਰੁਕ ਜਾਂਦਾ ਹੈ। ਜਦ ਨੌਕਰਾਣੀ ਰਾਜਾ ਮਹਿੰਦਰ ਕੋਲ ਭੋਜਨ ਲੈ ਕੇ ਆਉਂਦੀ ਹੈ ਤਾਂ ਉਹ ਰਾਜਕੁਮਾਰੀ ਮੂਮਲ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਨੌਕਰਾਣੀ ਕਹਿਣ ਲੱਗੀ, ਜੇ ਮੈਂ ਤੁਹਾਨੂੰ ਰਾਜਕੁਮਾਰੀ ਮੂਮਲ ਬਾਰੇ ਦੱਸਣਾ ਸ਼ੁਰੂ ਕਰ ਦੇਵਾਂ ਤਾਂ ਸਵੇਰ ਤੋਂ ਸ਼ਾਮ ਹੋ ਜਾਏਗੀ। ਰਾਜਕੁਮਾਰੀ ਮੂਮਲ ਇੰਨੀ ਖੂਬਸੂਰਤ ਹੈ ਕਿ ਉਸ ਦੀ ਖੂਬਸੂਰਤੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਇੰਨੀ ਖੂਬਸੂਰਤ ਹੈ ਕਿ ਜਦੋਂ ਸ਼ੀਸ਼ੇ ਦੇ ਸਾਹਮਣੇ ਜਾਂਦੀ ਹੈ ਤਾਂ ਸ਼ੀਸ਼ਾ ਟੁੱਟ ਜਾਂਦਾ ਹੈ। ਉਸ ਦੀ ਖੂਬਸੂਰਤੀ ਦੁਨੀਆ ਤੋਂ ਵੱਖਰੀ ਹੈ। ਅਤੇ ਰਾਜਾ ਮਹਿੰਦਰ ਹੁਣ ਸਬਰ ਨਹੀਂ ਸੀ ਕਰ ਸਕਦਾ। ਉਹ ਰਾਜਕੁਮਾਰੀ ਮੂਮਲ ਤੱਕ ਪਹੁੰਚਣਾ ਚਾਹੁੰਦਾ ਸੀ। ਨੌਕਰਾਣੀ ਨੇ ਕਿਹਾ ਕਿ ਜੇਕਰ ਤੁਸੀਂ ਇਹਨਾਂ ਡਰਾਵਣੇ ਜਾਨਵਰਾਂ ਦੇ ਖਤਰੇ ਤੋਂ ਬਚ ਕੇ ਮੂਮਲ ਤੱਕ ਪਹੁੰਚ ਜਾਓ ਤਾਂ ਤੁਸੀਂ ਮੂਮਲ ਨੂੰ ਵੇਖ ਸਕਦੇ ਹੋ, ਅਤੇ ਜੇਕਰ ਤੁਸੀਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਮੂਮਲ ਹਮੇਸ਼ਾ ਲਈ ਤੁਹਾਡੀ ਹੋ ਜਾਵੇਗੀ। ਨਾਲ ਹੀ ਨੌਕਰਾਣੀ ਦੱਸਦੀ ਹੈ ਕਿ ਕਈ ਪ੍ਰਸਿੱਧ ਰਾਜੇ, ਮਹਾਰਾਜੇ ਅਤੇ ਕਈ ਰਾਜਕੁਮਾਰ ਮੂਮਲ ਨੂੰ ਦੇਖਣ ਲਈ ਦੂਰੋਂ ਦੂਰੋਂ ਆਉਂਦੇ ਹਨ।
ਇਸ ਬਾਗ ਵਿੱਚ ਖਲੋ ਕੇ ਮੂਮਲ ਨੂੰ ਦੇਖਣਾ ਚਾਹੁੰਦੇ ਹਨ, ਪਰ ਮੂਮਲ ਰਾਜਕੁਮਾਰੀ ਉਹਨਾਂ ਵੱਲ ਤੱਕਦੀ ਵੀ ਨਹੀਂ। ਰਾਜਕੁਮਾਰੀ ਮੂਮਲ ਉਸੇ ਰਾਜਕੁਮਾਰ ਨਾਲ ਵਿਆਹ ਕਰਾਏਗੀ ਜੋ ਉਸ ਦਾ ਦਿਲ ਜਿੱਤ ਲਵੇਗਾ, ਜੋ ਉਸ ਤੱਕ ਪਹੁੰਚੇਗਾ, ਨਹੀਂ ਤਾਂ ਸਾਰੀ ਉਮਰ ਵਿਆਹ ਨਹੀਂ ਕਰਾਏਗੀ। ਇਹ ਸੁਣ ਕੇ ਰਾਜੇ ਮਹਿੰਦਰ ਕੋਲ ਹੁਣ ਸਬਰ ਨਹੀਂ ਸੀ ਹੋ ਰਿਹਾ। ਉਹ ਰਾਜਕੁਮਾਰੀ ਮੂਮਲ ਨੂੰ ਮਿਲਣ ਲਈ ਉਤਾਵਲਾ ਹੋ ਰਿਹਾ ਸੀ। ਉਹ ਉਸੇ ਵੇਲੇ ਹੀ ਰਾਜਕੁਮਾਰੀ ਮੂਮਲ ਨੂੰ ਮਿਲਣ ਵਾਸਤੇ ਉਸ ਦੇ ਮਹਿਲ ਵਿੱਚ ਚਲੇ ਗਿਆ ਅਤੇ ਸਾਰੇ ਹੀ ਡਰਾਵਣੇ ਜਾਨਵਰਾਂ ਨਾਲ ਲੜਦਾ ਹੋਇਆ ਰਾਜਕੁਮਾਰੀ ਮੂਮਲ ਤੱਕ ਪਹੁੰਚ ਗਿਆ। ਅਤੇ ਉਸ ਨੂੰ ਦੇਖਦਿਆਂ ਹੀ ਰਾਜਾ ਮਹਿੰਦਰ ਦੰਗ ਰਹਿ ਗਿਆ। ਉਹ ਮੂਮਲ ਤੋਂ ਆਪਣੀ ਨਜ਼ਰ ਨਾ ਹਟਾ ਸਕਿਆ। ਦੂਜੇ ਪਾਸੇ ਰਾਜਕੁਮਾਰੀ ਮੂਮਲ ਵੀ ਮਹਿੰਦਰ ਦੇ ਚਿਹਰੇ ਅਤੇ ਅੱਖਾਂ ਦੀ ਚਮਕ ਦੇਖਦੀ ਰਹਿ ਗਈ। ਹੁਣ ਰਾਜਕੁਮਾਰੀ ਮੂਮਲ ਨੂੰ ਕੋਈ ਸਵਾਲ ਨਹੀਂ ਸੀ ਸੁੱਝ ਰਿਹਾ ਜੋ ਉਹ ਰਾਜੇ ਮਹਿੰਦਰ ਕੋਲੋਂ ਪੁੱਛ ਸਕਦੀ। ਫਿਰ ਉਸਨੇ ਰਾਜੇ ਮਹਿੰਦਰ ਦਾ ਸਵਾਗਤ ਕੀਤਾ। ਦੋਵੇਂ ਇਕੱਠੇ ਬੈਠ ਕੇ ਗੱਲਾਂ ਕਰਦੇ ਰਹੇ ਅਤੇ ਇਸ ਨਾਲ ਹੀ ਦੋਹਾਂ ਨੂੰ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ। ਦੋਵਾਂ ਨੇ ਰਾਤ ਭਰ ਗੱਲਾਂ ਕੀਤੀਆਂ ਅਤੇ ਪਤਾ ਹੀ ਨਹੀਂ ਲੱਗਾ ਕਦੋਂ ਸਵੇਰ ਹੋ ਗਈ। ਨਾ ਰਾਜਾ ਉੱਥੋਂ ਜਾਣਾ ਚਾਹੁੰਦਾ ਸੀ ਅਤੇ ਨਾ ਹੀ ਮੂਮਲ ਰਾਜਕੁਮਾਰੀ ਚਾਹੁੰਦੀ ਸੀ ਕਿ ਮਹਿੰਦਰ ਉੱਥੋਂ ਜਾਵੇ। ਆਖਰਕਾਰ ਰਾਜੇ ਨੂੰ ਅਣਚਾਹੇ ਉੱਥੋਂ ਜਾਣਾ ਪਿਆ, ਪਰ ਮਹਿੰਦਰ ਨੇ ਮੂਮਲ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਉਸ ਨੂੰ ਮਿਲਣ ਲਈ ਵਾਪਸ ਆਵੇਗਾ। ਰਾਜਕੁਮਾਰੀ ਨੂੰ ਦੇਖ ਕੇ ਰਾਜਾ ਮਹਿੰਦਰ ਸਭ ਕੁਝ ਭੁੱਲ ਗਿਆ। ਹੁਣ ਕੇਵਲ ਉਸ ਦੇ ਦਿਲ ਦਿਮਾਗ ਵਿੱਚ ਮੂਮਲ ਵਸ ਗਈ ਸੀ। ਇਸ ਕਾਰਨ ਰਾਜੇ ਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਮੂਮਲ ਨਾਲ ਵਿਆਹ ਕਰਾ ਕੇ ਉਸ ਨੂੰ ਆਪਣੇ ਨਾਲ ਅਮਰਕੋਟ ਲੈ ਜਾਵੇਗਾ। ਪਰ ਰਾਜਾ ਮਹਿੰਦਰ ਜੋ ਪਹਿਲਾਂ ਹੀ ਵਿਆਹਿਆ ਸੀ, ਉਸ ਦੀਆਂ 2 ਪਤਨੀਆਂ ਸਨ ਅਤੇ ਇਸ ਕਾਰਨ ਜਦੋਂ ਰਾਜਾ ਅਮਰਕੋਟ ਪਹੁੰਚਿਆ ਤਾਂ ਉਸਨੇ ਰਾਜਕੁਮਾਰੀ ਮੂਮਲ ਨੂੰ ਮਿਲਣ ਦੀ ਯੋਜਨਾ ਬਣਾਈ। ਅਤੇ ਰਾਜਕੁਮਾਰ ਮਹਿੰਦਰ ਦੇ ਘਰ ਰਾਮੂ ਰੇਕਾ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਜੋ ਊਠ ਚਰਾਉਂਦਾ ਸੀ। ਰਾਜਾ ਉਸ ਕੋਲ ਗਿਆ ਅਤੇ ਕਹਿਣ ਲੱਗਾ, ਮੈਨੂੰ ਇੱਕ ਊਠ ਚਾਹੀਦਾ ਹੈ ਜੋ ਮੈਨੂੰ ਰਾਤ ਨੂੰ ਲਾਡਰਾਵਾ ਲੈ ਜਾ ਸਕੇ ਅਤੇ ਸਵੇਰੇ ਮੈਨੂੰ ਅਮਰਕੋਟ ਵਾਪਸ ਲੈ ਆਵੇ। ਇਹ ਸੁਣ ਕੇ ਰਾਮੂ ਰੇਕਾ ਨੇ ਕਿਹਾ, ਇੱਥੇ ਚਿੱਤਲ ਨਾਂ ਦਾ ਇੱਕ ਊਠ ਹੈ ਜੋ ਬਹੁਤ ਤੇਜ਼ ਦੌੜਦਾ ਹੈ। ਉਹ ਤੁਹਾਨੂੰ ਰਾਤ ਨੂੰ ਲਾਡਰਾਵਾ ਲੈ ਜਾਵੇਗਾ ਅਤੇ ਸਵੇਰੇ ਅਮਰਕੋਟ ਵਾਪਸ ਲੈ ਆਵੇਗਾ। ਅਤੇ ਸ਼ਾਮ ਨੂੰ ਹੀ ਰਾਜਾ ਮਹਿੰਦਰ ਊਠ ਨੂੰ ਸਜਾ ਕੇ ਉਸ 'ਤੇ ਸਵਾਰ ਹੋ ਕੇ ਰਾਜਕੁਮਾਰੀ ਮੂਮਲ ਨੂੰ ਮਿਲਣ ਵਾਸਤੇ ਚਲਾ ਗਿਆ ਅਤੇ ਸਵੇਰੇ ਅਮਰਕੋਟ ਵਾਪਸ ਆ ਗਿਆ। ਅਤੇ ਹੌਲੀ ਹੌਲੀ ਮਹਿੰਦਰ ਅਤੇ ਮੂਮਲ ਦੀ ਪ੍ਰੇਮ ਕਹਾਣੀ ਪ੍ਰਫੁੱਲਤ ਹੋਣ ਲੱਗੀ। ਪਰ ਉਹਨਾਂ ਦੀ ਮੁਲਾਕਾਤ ਦਾ ਸਿਲਸਿਲਾ ਲੰਮੇ ਸਮੇਂ ਤੱਕ ਨਾ ਚੱਲਿਆ। ਉਸ ਸਮੇਂ ਕੁਝ ਦਿਨਾਂ ਬਾਅਦ ਰਾਜੇ ਮਹਿੰਦਰ ਦੀ ਪਤਨੀਆਂ ਨੂੰ ਇਸ ਬਾਰੇ ਪਤਾ ਲੱਗ ਗਿਆ। ਉਹਨਾਂ ਨੇ ਰਾਜੇ ਮਹਿੰਦਰ ਨੂੰ ਰੋਕਣ ਲਈ ਊਠ ਦੀਆਂ ਲੱਤਾਂ ਤੋੜ ਦਿੱਤੀਆਂ ਤਾਂ ਜੋ ਰਾਜਾ ਮੂਮਲ ਨੂੰ ਮਿਲ ਨਾ ਜਾ ਸਕੇ। ਪਰ ਜਿਵੇਂ ਕਿਹਾ ਜਾਂਦਾ ਹੈ ਨਾ, ਸੱਚਾ ਪਿਆਰ ਕਦੇ ਖਤਮ ਨਹੀਂ ਹੁੰਦਾ। ਪਰ ਰਾਜਕੁਮਾਰ ਮਹਿੰਦਰ ਰਾਜਕੁਮਾਰੀ ਮੂਮਲ ਨੂੰ ਮਿਲਣ ਲਈ ਇੱਕ ਹੋਰ ਊਠ 'ਤੇ ਚੜ੍ਹ ਕੇ ਲੋਦਰਵਾ ਲੈ ਗਿਆ। ਲਾਡਰਵਾ ਪਹੁੰਚਦਿਆਂ ਉਸ ਨੂੰ ਬਹੁਤ ਦੇਰ ਹੋ ਗਈ ਅਤੇ ਰਾਜਕੁਮਾਰੀ ਮੂਮਲ ਉਸ ਦੀ ਉਡੀਕ ਕਰਦੀ ਕਰਦੀ ਸੌਂ ਗਈ। ਅਤੇ ਇੱਥੇ ਹੀ ਉਹਨਾਂ ਦੀ ਪ੍ਰੇਮ ਕਹਾਣੀ 'ਚ ਇੱਕ ਭਿਆਨਕ ਮੋੜ ਆਇਆ। ਜਦ ਰਾਜਾ ਮਹਿੰਦਰ ਮੂਮਲ ਦੇ ਕਮਰੇ ਵਿੱਚ ਪਹੁੰਚਿਆ ਤਾਂ ਮੂਮਲ ਦੀ ਭੈਣ ਸੂਮਲ ਵੀ ਉਸ ਦਿਨ ਉਸਦੇ ਨਾਲ ਸੌਂ ਗਈ। ਮੂਮਲ ਦੀ ਭੈਣ ਨੇ ਮਰਦਾਂ ਵਾਲੇ ਕੱਪੜੇ ਪਾਏ ਹੋਏ ਸਨ। ਜਦ ਰਾਜਾ ਮਹਿੰਦਰ ਉੱਥੇ ਪਹੁੰਚਿਆ, ਉਸਨੇ ਵੇਖਿਆ ਅਤੇ ਹੈਰਾਨ ਰਹਿ ਗਿਆ। ਉਹ ਸੋਚਣ ਲੱਗਾ, ਮੂਮਲ ਦੇ ਨਾਲ ਇਹ ਆਦਮੀ ਕੌਣ ਸੁੱਤਾ ਹੋਇਆ ਹੈ? ਇਸ ਦਾ ਮਤਲਬ ਮੂਮਲ ਕਿਸੇ ਹੋਰ ਨੂੰ ਪਿਆਰ ਕਰਦੀ ਹੈ, ਉਹ ਮੈਨੂੰ ਧੋਖਾ ਦੇ ਰਹੀ ਹੈ। ਇਹਨਾਂ ਵਿਚਾਰਾਂ ਵਿੱਚ ਗੁੰਮ ਉਹ ਵਾਪਸ ਪਰਤ ਆਇਆ ਅਤੇ ਵਾਪਸ ਪਰਤਦਿਆਂ ਹੀ ਉਸ ਦਾ ਚਾਬੁਕ ਟੁੱਟ ਕੇ ਉੱਥੇ ਡਿੱਗ ਪਿਆ। ਸਵੇਰੇ ਉੱਠ ਕੇ ਰਾਜਕੁਮਾਰੀ ਮੂਮਲ ਨੇ ਉਹ ਚਾਬੁਕ ਵੇਖ ਕੇ ਸਮਝ ਲਿਆ ਕਿ ਰਾਜਾ ਮਹਿੰਦਰ ਇੱਥੇ ਆਇਆ ਸੀ ਅਤੇ ਉਸ ਨੂੰ ਮਿਲੇ ਬਿਨਾਂ ਹੀ ਵਾਪਸ ਚਲਾ ਗਿਆ। ਪਰ ਨਾਲ ਹੀ ਰਾਜਕੁਮਾਰੀ ਮੂਮਲ ਉਸ ਦੇ ਵਾਪਸ ਜਾਣ ਦਾ ਕਾਰਨ ਵੀ ਸਮਝ ਗਈ। ਫਿਰ ਰਾਜਕੁਮਾਰੀ ਮੂਮਲ ਕਈ ਦਿਨ ਤੱਕ ਉਡੀਕ ਕਰਦੀ ਰਹੀ, ਪਰ ਰਾਜਾ ਮਹਿੰਦਰ ਨਾ ਆਇਆ। ਰਾਜਕੁਮਾਰੀ ਨੇ ਖਾਣਾ ਬੰਦ ਕਰ ਦਿੱਤਾ, ਸ਼ਿੰਗਾਰ ਕਰਨਾ ਬੰਦ ਕਰ ਦਿੱਤਾ, ਉਦਾਸ ਰਹਿਣ ਲੱਗ ਪਈ, ਪਰ ਰਾਜਾ ਮਹਿੰਦਰ ਵਾਪਸ ਨਾ ਆਇਆ। ਦੂਜੇ ਪਾਸੇ ਰਾਜੇ ਮਹਿੰਦਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੂਮਲ ਅਜਿਹਾ ਕਿਵੇਂ ਕਰ ਸਕਦੀ ਹੈ। ਰਾਜਕੁਮਾਰੀ ਮੂਮਲ ਨੇ ਰਾਜੇ ਮਹਿੰਦਰ ਨੂੰ ਕਈ ਚਿੱਠੀਆਂ ਲਿਖੀਆਂ, ਪਰ ਮਹਿੰਦਰ ਕੋਲ ਚਿੱਠੀਆਂ ਪਹੁੰਚਣ ਤੋਂ ਪਹਿਲਾਂ ਹੀ ਉਸ ਦੀਆਂ ਪਤਨੀਆਂ ਉਸ ਨੂੰ ਪਾੜ ਦਿੰਦੀਆਂ, ਜਿਸ ਬਾਰੇ ਰਾਜੇ ਮਹਿੰਦਰ ਨੂੰ ਵੀ ਪਤਾ ਨਹੀਂ ਸੀ। ਫਿਰ ਰਾਜਕੁਮਾਰੀ ਮੂਮਲ ਨੇ ਆਪਣੇ ਨੌਕਰ ਨੂੰ ਰਾਜੇ ਮਹਿੰਦਰ ਨੂੰ ਮਿਲਣ ਲਈ ਅਮਰਕੋਟ ਭੇਜਿਆ। ਜਦ ਨੌਕਰ ਅਮਰਕੋਟ ਪਹੁੰਚਿਆ ਤਾਂ ਰਾਜੇ ਮਹਿੰਦਰ ਦੀਆਂ ਪਤਨੀਆਂ ਨੇ ਉਸ ਨੂੰ ਰਾਜੇ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ। ਨੌਕਰ ਨੇ ਹਾਰ ਨਾ ਮੰਨੀ ਅਤੇ ਸਾਰਾ ਦਿਨ ਲੁੱਕ ਕੇ ਉੱਥੇ ਹੀ ਰਿਹਾ। ਰਾਤ ਨੂੰ ਜਦ ਰਾਜਾ ਮਹਿੰਦਰ ਸੁੱਤਾ ਹੋਇਆ ਸੀ, ਰਾਜਕੁਮਾਰ ਮਹਿੰਦਰ ਦੇ ਕਮਰੇ ਕੋਲ ਜਾ ਕੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਉਸ ਗੀਤ ਦਾ ਭਾਵ ਸੀ ਕਿ ਮਹਾਰਾਜਾ ਮਹਿੰਦਰ, ਤੇਰੇ ਤੋਂ ਬਿਨਾਂ ਰਾਜਕੁਮਾਰੀ ਮੂਮਲ ਉਦਾਸ ਹੈ, ਉਹ ਤੈਨੂੰ ਬੁਲਾ ਰਹੀ ਹੈ, ਉਹ ਚਾਹੁੰਦੀ ਹੈ ਉਸ ਦਾ ਪਿਆਰ ਉਸ ਨੂੰ ਆ ਕੇ ਮਿਲੇ। ਜਦ ਰਾਜੇ ਨੇ ਸੁਣਿਆ ਤਾਂ ਉਹ ਬਾਹਰ ਆਇਆ ਤਾਂ ਉੱਥੇ ਰਾਜਕੁਮਾਰੀ ਮੂਮਲ ਦਾ ਨੌਕਰ ਖੜਾ ਸੀ। ਉਸਨੇ ਸਾਰਾ ਸੁਨੇਹਾ ਜੋ ਰਾਜਕੁਮਾਰੀ ਮੂਮਲ ਨੇ ਦਿੱਤਾ ਸੀ ਰਾਜੇ ਮਹਿੰਦਰ ਨੂੰ ਦੱਸ ਦਿੱਤਾ। ਰਾਜੇ ਮਹਿੰਦਰ ਨੇ ਜਦ ਨੌਕਰ ਦੀ ਗੱਲ ਸੁਣੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ। ਉਹ ਸਮਝ ਗਿਆ ਕਿ ਇਹ ਸਭ ਗਲਤ ਫਹਿਮੀ ਦੇ ਕਾਰਨ ਹੋਇਆ ਹੈ। ਇਸ ਤੋਂ ਬਾਅਦ ਰਾਜਕੁਮਾਰੀ ਮੂਮਲ ਨੇ ਫਿਰ ਨੌਕਰ ਕੋਲੋਂ ਸੁਨੇਹਾ ਭੇਜਿਆ
ਕਿ ਉਹ ਰਾਜਾ ਮਹਿੰਦਰ ਨੂੰ ਮਿਲਣ ਵਾਸਤੇ ਅਮਰਕੋਟ ਆ ਰਹੀ ਹੈ। ਤੇ ਜਦੋਂ ਰਾਜਾ ਮਹਿੰਦਰ ਨੂੰ ਸਭ ਕੁਝ ਪਤਾ ਲੱਗਿਆ ਤਾਂ ਉਸਨੇ ਸੋਚਿਆ ਕਿ ਮੂਮਲ ਬੇਕਸੂਰ ਹੈ, ਇਸ ਲਈ ਉਹ ਮੈਨੂੰ ਮਿਲਣਾ ਚਾਹੁੰਦੀ ਹੈ। ਰਾਜੇ ਨੇ ਸੁਨੇਹਾ ਭੇਜਿਆ, ਮੂਮਲ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ, ਮੈਂ ਤੈਨੂੰ ਮਿਲਣ ਆ ਰਿਹਾ ਹਾਂ। ਰਾਜਕੁਮਾਰੀ ਮੂਮਲ ਸੁਣ ਕੇ ਬਹੁਤ ਖੁਸ਼ ਹੋਈ ਤੇ ਰਾਜਾ ਮਹਿੰਦਰ ਦੀ ਉਡੀਕ ਕਰਨ ਲੱਗੀ। ਤੇ ਫਿਰ ਹੋਇਆ ਪ੍ਰੇਮ ਕਹਾਣੀ ਦਾ ਦੁਖਦ ਅੰਤ। ਰਾਜੇ ਨੇ ਸੋਚਿਆ ਕਿਉਂ ਨਾ ਮੂਮਲ ਦੇ ਪਿਆਰ ਦੀ ਪਰਖ ਕੀਤੀ ਜਾਵੇ। ਤੇ ਫਿਰ ਰਾਜਾ ਮਹਿੰਦਰ ਲਾਡਰਵਾ ਪਹੁੰਚਿਆ ਅਤੇ ਮੂਮਲ ਨੂੰ ਕਿਸੇ ਹੱਥ ਸੁਨੇਹਾ ਭੇਜਿਆ, ਕਿਹਾ ਕਿ ਤੁਸੀਂ ਉਸ ਨੂੰ ਜਾ ਕੇ ਕਹਿਣਾ ਕਿ ਰਾਜਕੁਮਾਰ ਮਹਿੰਦਰ ਨੂੰ ਸੱਪ ਨੇ ਡੰਗ ਲਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ। ਜਦ ਇਹ ਸੁਨੇਹਾ ਰਾਜਕੁਮਾਰੀ ਮੂਮਲ ਤੱਕ ਪਹੁੰਚਿਆ ਤਾਂ ਇਹ ਸਭ ਸੁਣ ਕੇ ਰਾਜਕੁਮਾਰੀ ਮੂਮਲ ਮੇੜੀ ਤੋਂ ਹੇਠਾਂ ਡਿੱਗ ਪਈ ਤੇ ਨਾਲ ਹੀ ਕਈ ਵਾਰੀ ਮਹਿੰਦਰ ਦਾ ਨਾਂ ਲੈ ਕੇ ਉਸਨੇ ਆਪਣੀ ਜਾਨ ਦੇ ਦਿੱਤੀ। ਦੂਜੇ ਪਾਸੇ ਜਦ ਰਾਜੇ ਨੂੰ ਖਬਰ ਮਿਲੀ ਕਿ ਰਾਜਕੁਮਾਰੀ ਮੂਮਲ ਨੇ ਮਹਿੰਦਰ ਤੋਂ ਵਿਛੜਨ ਕਾਰਨ ਆਪਣੀ ਜਾਨ ਦੇ ਦਿੱਤੀ ਹੈ ਤਾਂ ਰਾਜਾ ਵੀ ਰੇਤ ਦੇ ਟਿੱਬਿਆਂ ਵਿੱਚ ਰੋਂਦਾ ਰਿਹਾ। ਉਸਨੇ ਵੀ ਆਪਣੀ ਜਾਨ ਦੇ ਦਿੱਤੀ। ਇਸ ਤਰ੍ਹਾਂ ਇਸ ਅਨੋਖੀ ਪ੍ਰੇਮ ਕਹਾਣੀ ਦਾ ਬਹੁਤ ਹੀ ਦੁਖਦਾਈ ਅੰਤ ਹੋਇਆ। ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਪ੍ਰੇਮ ਕਹਾਣੀ ਮੂਮਲ ਅਤੇ ਮਹਿੰਦਰ ਦੀ ਮੁਲਾਕਾਤ ਤੋਂ ਬਿਨਾਂ ਹੀ ਖਤਮ ਹੋ ਜਾਵੇਗੀ। ਧੰਨਵਾਦ ਜੀ। ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ, ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ ਜੀ।